नमस्कार दोस्तों मुद्दा क्या है। मुद्दा यह है कि आशीष मिश्रा को जिस दिन जेल से रिहाई मिलती है उस दिन पंजाब के कुछ व्यक्ति आते हैं जो अपने आप को किसान आगू बताते हैं, जो भारतीय किसान यूनियन एकता सिद्धूपुर के पदाधिकारी अपने आप को बताते हैं, जो कि डल्लेवाल जी के अंडर में चल रही है। और वो कहते हैं कि हम आशीष मिश्रा को रिहा नहीं होने देंगे और हम जेल के बाहर धरना देंगे और भूख हड़ताल करेंगे। ऐसी कुछ बातें वो कहते हैं और राकेश टिकैत जी से मदद मांगते हैं। अब उनके बताने के अनुसार, क्योंकि राकेश टिकैत जी ने कोई औपचारिक बयान इस पे नहीं दिया, उनके बताने के अनुसार राकेश टिकैत जी पहले कहते हैं कि ठीक है मैं तुम्हारे साथ जाके धरने पे बैठूंगा, लेकिन बाद के अंदर राकेश टिकैत अपनी बात से पलट जाते हैं और प्रशासन को कहते हैं कि ये माहौल खराब करने हैं, इनको गिरफ्तार कर लो, और राकेश टिकैत गाड़ी में बैठ के चले जाते हैं। ये भी उनके बताने के अनुसार। उसके बाद दोस्तों वो व्यक्ति जो है किसी तरीके छुपते छिपाते दिल्ली पहुंचते हैं और दिल्ली पहुंचने के बाद में वो व्यक्ति जो है, क्योंकि हम लोगों ने उनका इंटरव्यू लिया था, उनसे बातचीत की थी और अपने चैनल पे अपलोड किया था, तो हमारा नंबर उनके पास था, तो वो व्हाट्सएप के ऊपर हमारे पास में वीडियो भी भेजते हैं कई, और वो वीडियो जो है लखीमपुर के गुरुद्वारा साहब के बाहर शूट की हुई है और राकेश टिकैत के ऊपर कई जो है इल्ज़ाम लगाते हैं। उसके बाद में वो वहाँ से जब हम लोग उनसे पूछते हैं कि तुम तो कह रहे थे कि हम जेल के बाहर धरने पे बैठेंगे, तो वहां पर वो व्यक्ति कहते हैं कि राकेश टिकैत हमको गिरफ्तार करवा देना चाहता था, इसलिए हम क्या करते, इसलिए हम जो है दिल्ली आ गए हैं। तो ये है कहानी का एक रूप, और इसको जानने के लिए, समझने के लिए हम लोग उनके द्वारा डाली गई वीडियो, जो उन्होंने हमारे को ऑडियो क्लिप दी, जो हमारी उनसे फोन पे बात हुई, ये हम आपको सीरियल वाइज सब चीजें जो है ये डाल रहे हैं। जिला फिरोजपुर ब्लाक मंदोट भारतीय किसान यूनियन एकता सिद्धूपुर। ਵੀਰ ਜੀ ਅੱਜ ਅਸੀਂ ਕਤੋਨੀਆਂ ਦੇ ਵਿੱਚ ਪਹੁੰਚੇ ਹਾਂ। ਰਾਤ ਖੀਵੀਪੁਰ ਸਾਂ ਔਰ ਅੱਜ ਹੁਣ ਕਤੋਨੀਆਂ ਪਿੰਡ ਦੇ ਵਿੱਚ ਪਹੁੰਚੇ ਹਾਂ ਸ਼ਹਿਰ 'ਚ। ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਿੰਨੇ ਵੀ ਅਸੀਂ ਆ, ਸਤਨਾਮ ਸਿੰਘ ਕੁਲਦੀਪ ਸਿੰਘ ਵੈਸਾ ਸਾਰੇ ਬੱਚੇ ਵੀ ਸਾਡੇ ਨਾਲ ਨੇ। ਅਸੀਂ ਹੁਣ ਲੰਗਰ ਛਕਿਆ, ਗੁਰਦੁਆਰਾ ਸਾਹਿਬ ਪਹੁੰਚੇ ਹਾਂ। ਹੁਣ ਅੱਗੇ ਤੋਂ ਜਿਵੇਂ ਜਿਵੇਂ ਪੁੱਛ ਕੇ ਕਾਰਵਾਈ ਹੋਏਗੀ, ਜਿਨ੍ਹਾਂ ਦੇ ਕਿਸਾਨ ਸ਼ਹੀਦ ਹੋਏ ਸਨ, ਜੋ ਕਿ ਯੂਪੀ ਦੇ ਵਿੱਚ ਗੱਡੀਆਂ ਚੜਾਈਆਂ ਗਈਆਂ, ਆਪਣੇ ਕਿਸਾਨ ਸ਼ਹੀਦ ਹੋਏ ਹਨ, ਉਹਨਾਂ ਦੇ ਪਰਿਵਾਰਾਂ ਨੂੰ ਮਿਲਣਾ। ਹੁਣ ਅੱਗੇ ਤੋਂ ਵੀ ਥੋੜੇ ਦੂਰ ਪਿੰਡ ਨੇ, ਕਿਸੇ ਦਾ 50 ਕਿਲੋਮੀਟਰ ਦੂਰ ਹੈ, ਕਿਸੇ ਦਾ 20 ਕਿਲੋਮੀਟਰ ਹੈ, ਕਿਸੇ ਦਾ 80 ਕਿਲੋਮੀਟਰ ਹੈ, ਤਕੋਨੀਆਂ ਦੇ ਇੱਥੋਂ ਵੀ ਇੰਨੇ ਦੂਰ ਨੇ। ਹੁਣ ਵੀਰੋ ਜਿਵੇਂ ਜਿਵੇਂ ਉਹਨਾਂ ਨੂੰ ਮਿਲਾਂਗੇ ਤੇ ਅੱਗੇ ਤੁਹਾਨੂੰ ਵਿਖਾਵਾਂਗੇ ਵੀ ਕਿਹੜੀ ਕਹਾਣੀ ਵਰਤੀ, ਕਿਵੇਂ ਬਣੀ, ਕੀ ਹੋਇਆ, ਫਿਰ ਉਵੇਂ ਕੰਮ ਚੱਲੇਗਾ। ਜਾ ਕੇ ਉਹਨਾਂ ਨੂੰ ਪੁੱਛ ਪੜਤਾਲ ਕਰਨੀ ਹੈ ਵੀ ਜੋ ਕਿ ਪ੍ਰਸ਼ਾਸਨ ਨੇ ਉਹਨਾਂ ਨੂੰ, ਜੋ ਕਿ ਐਮਐਲਏ ਦਾ ਮੁੰਡਾ ਸੀ, ਉਸ ਨੂੰ ਜ਼ਮਾਨਤ ਦੇਤੀ ਹੈ, ਤੇ ਜੇ ਕਿ ਉਹਦਾ ਵਿਰੋਧ ਕਰਨਾ ਪਿਆ ਤੇ ਵਿਰੋਧ ਵੀ ਕਰਾਂਗੇ। ਜੋ ਕਿ ਜ਼ਮਾਨਤ ਅਸੀਂ ਨਹੀਂ ਹੋਣ ਦੇਣੀ, ਅਸੀਂ ਇਸੇ ਕਰਕੇ ਆਏ ਹਾਂ ਵੀ ਵੱਧ ਤੋਂ ਵੱਧ ਵਿਰੋਧ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ। ਵੀਰ ਜੀ ਅਸੀਂ ਲਖਨਊ ਦੇ ਵਿੱਚ ਪਹੁੰਚ ਚੁੱਕੇ ਹਾਂ, ਜੋ ਕਿ ਅਸੀਂ ਯੂਪੀ ਦੇ ਵਿੱਚ ਚੱਲੇ ਹਾਂ। ਜੋ ਕਿ ਮੈਸੇਜ ਆਇਆ ਹੈ ਲਖੀਮਪੁਰ ਖੀਰੀ ਤੋਂ, ਜੋ ਕਿ ਆਪਣੇ ਕਿਸਾਨ ਸ਼ਹੀਦ ਕੀਤੇ ਸਨ, ਉਹਨਾਂ ਵੀਡੀਓ ਪਾਈ ਵੀ ਸਾਡੀ ਮਦਦ ਕਰੋ, ਵੀ ਸਾਡੇ ਦੇ ਨਾਲ ਜੁੜੋ। ਜੋ ਕਿ ਅਜੇ ਮਿਸ਼ਰਾ ਟੈਣੀ ਹੈ ਗੰਦ, ਅਸੀਂ ਤੇ ਗਾਂਧੀ ਨੂੰ ਆਖਾਂਗੇ ਤੇ ਉਹਦੇ ਗੰਦ ਦੇ ਲੜਕੇ ਨੂੰ ਕੋਰਟ ਨੇ ਜ਼ਮਾਨਤ ਦੇਤੀ। ਜੋ ਕਿ ਅਸੀਂ ਇਸੇ ਕਰਕੇ ਚੱਲੇ ਹਾਂ ਵੀ ਕਿਹੜੇ ਆਧਾਰ ਤੇ ਉਹਨੂੰ ਕੋਰਟ ਨੇ ਜ਼ਮਾਨਤ ਦੇਤੀ, ਵੀ ਸਾਡੇ ਕਿਸਾਨ ਇੰਨੇ ਸ਼ਹੀਦ ਹੋਏ ਤੇ ਕੁਛ ਸਾਡੇ ਕਿਸਾਨਾਂ ਦਾ ਮੁੱਲ ਹੀ ਕੋਈ ਨਹੀਂ ਹੈਗਾ। ਸਾਨੂੰ ਧਰਨਾ ਲਾਉਣਾ ਪਿਆ, ਧਰਨਾ ਲਾਵਾਂਗੇ, ਜੋ ਵੀ ਕਰਨਾ ਪਿਆ ਅਸੀਂ ਵੱਧ ਤੋਂ ਵੱਧ ਉਹ ਪਰਿਵਾਰ ਦੀ ਲਖੀਮਪੁਰ ਖੀਰੀ ਅਸੀਂ ਜਾ ਕੇ ਮਦਦ ਕਰਾਂਗੇ। ਸਾਡੇ ਵੀਰ ਜੀ ਹੈਗੇ ਕੁਲਦੀਪ ਸਿੰਘ ਦੋਦਰ ਪਿੰਡ ਤੋਂ, ਮੋਗਾ ਜ਼ਿਲ੍ਹਾ, ਉਹ ਵੀ ਨਾਲ ਨੇ। ਸਾਡੇ ਵੀਰ ਸਤਨਾਮ ਸਿੰਘ ਜੀ ਜੋ ਪਟਿਆਲੇ ਤੋਂ ਨੇ, ਉਹ ਵੀ ਨਾਲ ਨੇ, ਜੋ ਕਿ ਸਾਡਾ ਸਿੰਘੂ ਬਾਰਡਰ ਤੇ ਧਰਨਾ ਚੱਲਦਾ ਪਿਆ ਸੀ, ਉੱਥੇ ਵਧੀਆ ਅਸੀਂ ਸਾਡਾ ਅੰਦੋਲਨ ਅਸੀਂ ਚੁੱਕਿਆ ਨਹੀਂ। ਚਲੋ ਜਥੇਬੰਦੀਆਂ ਨੇ ਅੰਦੋਲਨ ਚੱਕ ਕੇ ਲੈ ਗਏ ਨੇ, ਸਾਡਾ ਉਦੋਂ ਦਾ ਚੱਲਦਾ ਪਿਆ, ਉਦੋਂ ਦੇ ਅਸੀਂ ਬੈਠੇ ਹੋਏ ਆ ਸਾਰੇ ਰਲ ਮਿਲ ਕੇ, ਵਧੀਆ ਕੰਮ ਚੱਲਦਾ ਸੀ। ਸਾਨੂੰ ਮੈਸੇਜ ਆਇਆ ਵੀ ਸਾਡੀ ਮਦਦ ਕਰੋ, ਜੋ ਕਿ ਉਹਨੇ ਮੈਸੇਜ ਦੇ ਆਧਾਰ ਤੇ ਅਸੀਂ ਲਖੀਮਪੁਰ ਖੀਰੀ ਦੇ ਵਿੱਚ ਪਹੁੰਚਣਾ ਅੱਜ, ਜੋ ਕਿ ਰਾਤ ਦੇ ਇੱਥੇ ਅਸੀਂ ਆਏ ਆ ਲਖੀਮਪੁਰ ਖੀਰੀ ਪਹੁੰਚਣਾ ਹੈ। ਅਸੀਂ ਨਖਲਊ ਅੱਜ ਰਾਤ ਦੇ ਪਹੁੰਚੇ ਹੋਏ ਆ, ਇੱਥੇ ਗੁਰਦੁਆਰਾ ਸਾਹਿਬ ਰਹੇ ਆ। ਹੁਣ ਅਸੀਂ ਲਖੀਮਪੁਰ ਖੀਰੀ ਜਾਣਾ ਹੈ ਵੀਰੋ।
ਜਿੰਨੀ ਵੀ ਵੱਧ ਤੋਂ ਵੱਧ ਮਦਦ ਹੁੰਦੀ ਹੈ ਤੁਸੀਂ ਵੀ ਕਰੋ, ਸਾਡੇ ਨਾਲ ਜੁੜੋ। ਤੇ ਅਸੀਂ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਸੁਨੇਹਾ ਲਾਉਣੇ ਆ ਵੀ ਪ੍ਰਧਾਨ ਜੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਤੁਸੀਂ ਵੀ ਸਾਡੀ ਮਦਦ ਕਰੋ, ਜੋ ਕਿ ਲਖੀਮਪੁਰ ਖੀਰੀ ਦੇ ਵਿੱਚ ਅਜੇ ਮਿਸ਼ਰਾ ਗੰਧ ਉਸ ਦੇ ਬੱਚੇ ਨੂੰ ਜ਼ਮਾਨਤ ਕੋਰਟ ਨੇ ਦਿੱਤੀ ਹੈ ਤੇ ਇਸ ਕਰਕੇ ਉਹਦਾ ਮੈਸੇਜ ਆਇਆ ਪਰਿਵਾਰ ਦਾ ਤੇ ਉਹਨਾਂ ਦੀ ਮਦਦ ਬਾਰੇ ਅਸੀਂ ਚੱਲੇ ਆ ਤੇ ਤੁਸੀਂ ਵੀ ਵੱਧ ਤੋਂ ਵੱਧ ਜ਼ੋਰ ਲਾਓ ਤੇ ਵੀ ਇਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਕੁਲਦੀਪ ਸਿੰਘ ਦਾ, ਸਤਨਾਮ ਸਿੰਘ ਜੀ ਦਾ, ਜਿਨ੍ਹਾਂ ਉਦੋਂ ਦੀ ਜੋਤ ਜਗਾਈ ਹੋਈ ਹੈ, ਜੋ ਕਿ ਧਰਨਾ ਬੰਦ ਨਹੀਂ ਹੋਇਆ। ਚਲੋ ਰਾਜੇਵਾਲ ਨੇ ਬੰਦ ਕਰਤਾ, ਸਾਡਾ ਧਰਨਾ ਬੰਦ ਨਹੀਂ ਹੋਇਆ, ਕੱਲ ਵੀ ਚਾਲੂ ਸੀ, ਅੱਜ ਵੀ ਚਾਲੂ ਹੈ। ਜਿੰਨਾ ਚਿਰ MSP ਦਾ ਮੁੱਦਾ ਨਹੀਂ ਸਾਨੂੰ ਮਿਲਦਾ, MSP ਸਾਨੂੰ ਗਰੰਟੀ ਦੇ ਨਾਲ, ਕਾਨੂੰਨ ਨਹੀਂ ਚਾਹੀਦਾ, MSP ਮੌਜੂਦਾ ਚਾਹੀਦੀ ਏ ਤੇ ਅਸੀਂ ਲੈ ਕੇ ਹਿੱਲਾਂਗੇ। ਉਹਨਾਂ ਚਿਰ ਅਸੀਂ ਨਹੀਂ ਸ਼ਾਂਤੀ ਨਾਲ ਬਵਾਂਗੇ, ਭਾਵੇਂ ਪ੍ਰਸ਼ਾਸਨ ਜ਼ੋਰ ਲਾਵੇ, ਭਾਵੇਂ ਕੋਈ ਜਥੇਬੰਦੀ ਲਾਵੇ, ਅਸੀਂ ਪਿੱਛਾ ਨਹੀਂ ਹਟਾਂਗੇ। ਅਸੀਂ ਖੁੱਲਾ ਚੈਲੰਜ ਦਿੰਦੇ ਆ ਤੇ ਵੀਰੋ ਹੱਥ ਜੋੜ ਕੇ ਬੇਨਤੀ ਵੀ ਕਰਦੇ ਆ ਕਿਸਾਨਾਂ ਅੱਗੇ, ਸਾਰੀਆਂ ਸਟੇਟਾਂ ਕੇ ਹਰਿਆਣੇ, ਪੰਜਾਬ, ਯੂਪੀ, ਮਹਾਰਾਸ਼ਟਰ, ਗੁਜਰਾਤ, ਬਿਹਾਰ, ਨਖਲਊ, ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਕਰਦੇ ਆ ਵੀਰੋ ਮੋਢੇ ਨਾਲ ਮੋਢਾ ਲਾਓ ਤੇ ਸਿੰਘੂ ਬਾਰਡਰ ਤੇ ਆਓ। ਤੇ ਵੀਰੋ ਸਾਡੇ ਨੰਬਰ ਹੈਗੇ ਆ 84 310 2006। ਭਾਜੀ ਤੁਸੀਂ ਨੰਬਰ ਦੱਸੋ ਆਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਸਾਡੇ ਵੀਰਾਂ ਨੇ ਪਹਿਲਾਂ ਤੁਹਾਨੂੰ ਦੱਸਿਆ ਕਿ ਅਸੀਂ ਇਸ ਟਾਈਮ ਲਖਨਊ ਪਹੁੰਚੇ ਹੋਏ ਹਾਂ। ਜਿਹੜਾ ਅਜੈ ਮਿਸ਼ਰਾ ਟੈਨੀ ਹੈ ਉਹਦੇ ਮੁੰਡੇ ਨੂੰ, ਜਿਹੜਾ ਮੇਨ ਅਪਰਾਧੀ ਸੀ ਜਿਨੇ ਕਿਸਾਨਾਂ ਦੇ ਉੱਤੇ ਗੱਡੀਆਂ ਚੜਾ ਕੇ ਕਈ ਕਿਸਾਨਾਂ ਨੂੰ ਸ਼ਹਾਦਤ ਦੇ ਰਾਹ ਤੇ ਪਾਤਾ ਤੇ ਉਹਨੂੰ ਜ਼ਮਾਨਤ ਕੱਲ੍ਹ ਦਿੱਤੀ ਗਈ BJP ਵੱਲੋਂ, ਭਾਰਤ ਸਰਕਾਰ ਵੱਲੋਂ, ਜਿਹੜੀ ਬੜੀ ਨਿੰਦਨੀਆ, ਬੜਾ ਹੀ ਅਭਾਗਾ ਕੰਮ ਮੰਨਿਆ ਜਾਏਗਾ BJP ਵੱਲੋਂ। ਤੇ ਅਸੀਂ ਹੁਣ ਜਾ ਰਹੇ ਹਾਂ ਲਖੀਮਪੁਰ ਖੀਰੀ, ਉਹਨਾਂ ਦੇ ਜਿਹੜੇ ਸ਼ਹੀਦ ਪਰਿਵਾਰ ਨੇ ਉਹਨਾਂ ਦੇ ਪਰਿਵਾਰਾਂ ਨੂੰ ਰਾਬਤਾ ਕਰਾਂਗੇ, ਉਹ ਕੀ ਦੱਸਦੇ ਆ ਉਸ ਦੇ ਹਿਸਾਬ ਨਾਲ ਅਸੀਂ ਸਾਰੇ ਜਣੇ DC ਦਫ਼ਤਰ ਧਰਨਾ ਲਾਵਾਂਗੇ। ਇਹਨਾਂ ਦੇ ਜਿਹੜੀ ਜ਼ਮਾਨਤ ਦਿੱਤੀ ਹੈ ਆਸ਼ੀਸ਼ ਮਿਸ਼ਰਾ ਟੈਨੀ ਨੂੰ, ਉਹਦੇ ਖਿਲਾਫ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਨੰਬਰ ਹੈ ਜੀ 85 295 49 336, 85 295 49 236। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਜਸਵਿੰਦਰ ਸਿੰਘ ਤੇ ਸਤਨਾਮ ਸਿੰਘ ਨੇ ਦੱਸਿਆ ਕਿ ਆਪਾਂ ਇੱਥੇ ਅੱਜ ਲਖਨਊ ਪਹੁੰਚੇ ਹੈਗੇ ਆ, ਲਖੀਮਪੁਰ ਖੀਰੀ ਜਾਣਾ ਵਾ, ਉਹਨਾਂ ਪਰਿਵਾਰਾਂ ਨੂੰ ਮਿਲਣਾ। ਉਹਨਾਂ ਦੀ ਸਾਡੇ ਕੋਲੇ ਆਡੀਓ ਆਈਆਂ ਕਿ ਸਾਡੀ ਕੋਈ ਗੱਲ ਪੁੱਛਣ ਵਾਲਾ ਹੈ ਨਹੀਂ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਜ਼ਮਾਨਤਾਂ ਮਿਲ ਗਈਆਂ ਹੈਗੀਆਂ। ਸੋ ਅਸੀਂ ਜਾ ਰਹੇ ਹੈਗੇ ਆ। ਸਾਡੇ ਨਾਲ ਸੰਪਰਕ ਕਰਨਾ ਹੋਵੇ, ਇਹਨਾਂ ਵੀਰਾਂ ਨੇ ਨੰਬਰ ਤੁਹਾਨੂੰ ਦੇ ਦਿੱਤੇ ਆ। ਮੇਰਾ ਨੰਬਰ ਹੈਗਾ 74 043 23 61। ਸੋ ਇਸ ਵਕਤ ਅਸੀਂ ਜਲਦੀ ਦੇ ਵਿੱਚ ਆ ਕਿਉਂਕਿ 1 ਵਜੇ ਟ੍ਰੇਨ ਫੜਨੀ ਹੈਗੀ ਆ ਤੇ ਇਸ ਵਕਤ 12:30 ਹੋ ਗਏ ਆ ਤੇ ਬਾਕੀ ਦੀਆਂ ਗੱਲਾਂ ਤੁਹਾਡੇ ਨਾਲ ਫਿਰ ਸਾਂਝੀਆਂ ਕਰਦੇ ਆ। ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਹਾਂ ਲਖੀਮਪੁਰ ਖੀਰੀ ਦੇ ਤਿਕੁਣੀਆਂ ਜਗ੍ਹਾ ਤੇ ਜਿੱਥੇ ਉਹ ਐਕਸੀਡੈਂਟ ਹੋਇਆ ਸੀਗਾ। ਸਾਰੀ ਵਾਰਦਾਤ ਤੁਹਾਡੇ ਨਾਲ ਸਤਨਾਮ ਸਿੰਘ ਸਾਂਝੀ ਕਰੂੰਗਾ। वाहिगुरु जी का खालसा, वाहिगुरु जी की फतेह। हम लोग आज लखीमपुर खीरी के तुकुनिया जगह पे हैं जहां एक्सीडेंट हुआ था, जहां किसानों के ऊपर अजय मिश्रा टैनी और आशीष मिश्रा टैनी के जो जमानत मिली है उसके लड़के ने किसानों पर जो अत्याचार किया था उस जगह पर पहुंचे हुए हैं और आपको दिखा रहे हैं। आज जो उनको जमानत मिली है उसके विरोध में कुलदीप सिंह जी, जसविंदर सिंह जी और भी हमारे साथी यहाँ पहुँच के शहीद परिवारों से मिलेंगे। उसके बाद जैसी भी स्थिति बनती है DC दफ्तर या SDM दफ्तर निघासन पड़ता है, वो उनकी तहसील है, तो वहाँ जाके हम धरना प्रदर्शन करेंगे। सारे भारतवासियों से ये अपील है कि ज़्यादा से ज़्यादा संख्या में पहुँच के अपने विरोध प्रदर्शन का पूरा सहयोग करें ताकि ऐसे अत्याचारियों को जेल में रखा जाए, वरना लोगों का जो सहानुभूति है, लोगों की जो मंशा है, वो लोगों की आवाज़ है, आगे से दब जाएगी और ये लोग प्रशासन वाले दबाते रहेंगे। वाहिगुरू जी का खालसा, वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਵਿੰਦਰ ਸਿੰਘ ਵਿਰਕ, ਜ਼ਿਲ੍ਹਾ ਫਿਰੋਜ਼ਪੁਰ, ਬਲਾਕ ਮੰਦੋੜ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ। ਵੀਰ ਜੀ ਅਸੀਂ ਲਖੀਮਪੁਰ ਖੀਰੀ ਵਿੱਚ ਪਹੁੰਚੇ ਹਾਂ, ਜੋ ਕਿ ਤਕੋਨੀਆਂ ਦੇ ਵਿੱਚ
ਇਹ ਕਾਂਡ ਹੋਇਆ ਸੀ, ਜੋ ਕਿ ਐਮਐਲਏ ਦੇ ਮੁੰਡੇ ਨੇ ਕਿਸਾਨਾਂ ਦੇ ਗੱਡੀ ਚੜਾਈ ਸੀ। ਉੱਥੇ ਪਹੁੰਚੇ ਆ ਦੇਖੋ ਜਿੱਥੇ ਗੱਡੀਆਂ ਚੜਾਈਆਂ ਸਨ, ਬਿਜਲੀ ਘਰ ਵੀ ਕੋਲੇ, ਸਾਰਾ ਕੁਝ ਉਹਨੂੰ ਜ਼ਮਾਨਤ ਉਹਦੀ ਮਨਜ਼ੂਰ ਕਰਤੀ ਪ੍ਰਸ਼ਾਸਨ ਨੇ, ਜੋ ਕਿ ਅਸੀਂ ਵਿਰੋਧ ਕਰਾਂਗੇ ਵੱਧ ਤੋਂ ਵੱਧ। ਤੇ ਸਾਰੇ ਕਿਸਾਨਾਂ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਸਾਡਾ ਸਾਥ ਦਿਓ, ਕਿਉਂਕਿ ਜਿਹੜੇ ਸਾਡੇ ਕਿਸਾਨ ਨੇ ਜਿਨ੍ਹਾਂ ਕੁਝ ਨਹੀਂ ਕੀਤਾ, ਵੀ ਜਿਹੜੇ ਗਰੀਬ ਪਰਿਵਾਰ ਦੇ ਕਿਸਾਨ ਨੇ ਉਹ ਜੇਲ੍ਹ ਦੇ ਅੰਦਰ ਨੇ, ਜੋ ਕਿ ਇੱਕ ਜਿਹੜਾ ਐਮਐਲਏ ਦਾ ਲੜਕਾ ਹੈ, ਗੁੰਡਾ ਪਰਿਵਾਰ ਦਾ ਲੜਕਾ ਹੈ, ਜਿਨ੍ਹਾਂ ਐਡਾ ਵੱਡਾ ਘਟੀਆ ਕੰਮ ਕੀਤਾ ਸਾਡੇ ਕਿਸਾਨਾਂ ਦੇ, ਐਡਾ ਵੱਡਾ ਧੋਖਾ ਕੀਤਾ ਕਿਸਾਨਾਂ ਦੇ ਨਾਲ, ਉਹਨੂੰ ਜ਼ਮਾਨਤ ਪ੍ਰਸ਼ਾਸਨ ਮਨਜ਼ੂਰ ਕਰਦਾ ਪਿਆ। ਉਹਦਾ ਅਸੀਂ ਵਿਰੋਧ ਕਰਨ ਗਏ ਆ, ਚਾਹੇ ਅਸੀਂ ਡੀਸੀ ਦਫ਼ਤਰ ਘੇਰਾਂਗੇ, ਐਸਡੀ ਦਫ਼ਤਰ ਵੀ ਘੇਰਾਂਗੇ। ਜੇ ਉਹਦੀ ਅਸੀਂ ਵਿਰੋਧ ਕਰਾਂਗੇ ਵੀ ਇਹ ਜ਼ਮਾਨਤ ਉਹਦੀ ਨਹੀਂ ਮਨਜ਼ੂਰ ਹੋਣੀ ਚਾਹੀਦੀ, ਇਹ ਕੈਂਸਲ ਹੋਣੀ ਚਾਹੀਦੀ। ਵੀ ਸਾਰੇ ਕਿਸਾਨਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਸਾਡੇ ਨਾਲ ਸਾਥ ਦਿਓ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਫਿਲਹਾਲ ਮੇਰੀ ਵੀ ਸਥਿਤੀ ਇਸ ਤਰ੍ਹਾਂ ਦੀ ਹੈ, ਬਹੁਤ ਜ਼ਿਆਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਸਵਿੰਦਰ ਸਿੰਘ ਵਿਰਕ, ਜ਼ਿਲ੍ਹਾ ਫਿਰੋਜ਼ਪੁਰ, ਬਲਾਕ ਮੰਦੋੜ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ। ਵੀਰੋ ਅਸੀਂ ਲਖੀਮਪੁਰ ਖੀਰੀ ਦੇ ਵਿੱਚ ਪਹੁੰਚੇ ਸਾਂ, ਜੋ ਕਿ ਆਪਣੇ ਕਿਸਾਨਾਂ ਦੇ ਉੱਤੇ ਗੱਡੀਆਂ ਚੜਾਈਆਂ ਗਈਆਂ, ਜੋ ਕਿ ਆਪਣੇ ਕਿਸਾਨ ਸ਼ਹੀਦ ਕੀਤੇ ਗਏ। ਇੱਕ ਵੀਰ ਪੱਤਰਕਾਰ ਸੀ, 4 ਆਪਣੇ ਕਿਸਾਨ ਸਨ, ਜੋ ਕਿ ਉਹਨਾਂ ਦੇ ਪਰਿਵਾਰਾਂ ਦੇ ਨਾਲ ਮੀਟਿੰਗ ਹੋਈ। ਕੱਲ ਰਾਤ ਅਸੀਂ ਉਹਨਾਂ ਦੇ ਕੋਲ ਪਹੁੰਚੇ ਆ, ਪਰਿਵਾਰਾਂ ਦੇ ਨਾਲ ਗੱਲਬਾਤ ਹੋਈ। ਵੀਰੋ ਜਿਹੜੇ ਪਰਿਵਾਰਾਂ ਦੇ ਨਾਲ ਬਹੁਤ ਔਖੇ ਹੋਏ ਪਏ ਆ, ਪਰਿਵਾਰਾਂ ਦਾ ਦੁੱਖ ਝੱਲਿਆ ਨਹੀਂ ਸੀ ਜਾਂਦਾ, ਜੋ ਕਿ ਇੰਨਾ ਰੋ ਰਹੇ ਸਨ, ਕਰਲਾ ਰਹੇ ਸਨ। ਪਰਿਵਾਰਾਂ ਦੇ ਨਾਲ ਗੱਲਬਾਤ ਕਰਕੇ, ਜੋ ਕਿ ਉਹਨਾਂ ਦੇ ਨਾਲ ਕੋਈ ਨਹੀਂ ਸਾਥ ਦਿੰਦਾ ਸੀ। ਹੁਣ ਜੋ ਕਿ ਅਸੀਂ, ਮੈਂ ਜਸਵਿੰਦਰ ਸਿੰਘ ਵਿਰਕ ਤੇ ਸਤਨਾਮ ਸਿੰਘ, ਕੁਲਦੀਪ ਸਿੰਘ, ਇੱਕ ਮੇਰਾ ਵੀਰ ਛੋਟੇ ਵੀਰ ਨਾਲ ਲੜਕਾ ਸੀ, ਅਸੀਂ 5 ਜਣੇ ਨਾਲ, ਬੱਚੇ ਵੀ ਕੁਲਦੀਪ ਸਿੰਘ ਦੇ ਸੀ। ਅਸੀਂ ਉੱਥੇ ਪਹੁੰਚੇ ਸਾਂ ਲਖੀਮਪੁਰ ਖੀਰੀ ਦੇ ਵਿੱਚ, ਜੋ ਕਿ ਪਰਿਵਾਰ ਨੇ ਡਕੈਤ ਨੂੰ ਫੋਨ ਕੀਤਾ ਤੇ ਡਕੈਤ ਪਹਿਲੋਂ ਤੇ ਆਂਦਾ ਵੀ ਠੀਕ ਹੈ ਮੈਂ ਵੀ ਤੁਹਾਡੇ ਨਾਲ ਹਾਂ, ਜੋ ਕਿ ਡਕੈਤ ਨੇ ਸਾਡੇ ਨਾਲ ਮੁਲਾਕਾਤ ਕੀਤੀ ਲਖੀਮਪੁਰ ਖੀਰੀ ਦੇ ਵਿੱਚ ਪੰਜਾਬੀ ਢਾਬੇ ਦੇ ਵਿੱਚ, ਜੋ ਕਿ ਅਸੀਂ ਵੀ ਪਹੁੰਚੇ। ਉਹਨਾਂ ਪਹੁੰਚ ਕੇ ਜੋ ਕਿ ਡਕੈਤ ਸੀ, ਡਕੈਤ ਨੇ ਪਹਿਲੋਂ ਤਾਂ ਕਿਹਾ ਵੀ ਚਲੋ ਧਰਨੇ ਤੇ ਬੈਠते हैं, मैं पानी भी नहीं पियागा, पानी तब पियागा ਜਦੋਂ ਜ਼ਮਾਨਤ ਰਿਜੈਕਟ ਕरेंगे। ਬਾਈ ਜੀ ਡਕੈਤ ਉੱਥੋਂ ਭਾਗ ਗਿਆ, ਡਕੈਤ ਨੇ ਕੋਈ ਗੱਲ ਨਹੀਂ ਸੁਣੀ, ਉਲਟਾ ਪ੍ਰਸ਼ਾਸਨ ਨੂੰ ਬੋਲ ਕੇ ਪੁਲਿਸ ਨੂੰ ਆ ਗਿਆ ਵੀ ਜੋ ਪੰਜਾਬ ਦੇ ਵਿੱਚੋਂ ਲੜਕੇ ਆਏ ਆ ਇਹਨਾਂ ਨੂੰ ਗ੍ਰਿਫਤਾਰ ਕਰ ਲਓ। ਭਾਈ ਸਾਹਿਬ ਡਕੈਤ ਨੇ ਐਡਾ ਗਲਤ ਕੰਮ ਕੀਤਾ ਹੈ, ਕੋਈ ਅੰਤ ਨਹੀਂ। ਡਕੈਤ ਸਾਡਾ ਸਾਥ ਨਹੀਂ ਦਿੱਤਾ, ਅਸੀਂ ਪੀੜ ਪਰਿਵਾਰ ਦੇ ਨਾਲ ਖੜੇ ਹੋਏ ਆ। ਤੇ ਹੁਣ ਸਿੰਘ ਸਭਾ ਗੁਰਦੁਆਰਾ ਸਾਹਿਬ ਇੱਥੇ ਫਿਰ ਮੀਟਿੰਗ ਚੱਲਦੀ ਪਈ ਹੈ, ਜੋ ਕਿ ਅਸੀਂ ਇਹੋ ਹੀ ਕਿਹਾ ਸੀ ਵੀ ਜ਼ਮਾਨਤ, ਜੋ ਕਿ ਅਜੇ ਮਿਸ਼ਰਾ ਦੇ ਲੜਕਾ ਹੈ, ਉਹਦੀ ਜ਼ਮਾਨਤ ਕੋਰਟ ਨੇ ਮਨਜ਼ੂਰ ਕਰ ਦਿੱਤੀ ਸੀ, ਜੋ ਕਿ 18 ਤਰੀਕ ਰੱਖੀ ਸੀ। ਅਸੀਂ ਉਹਦਾ ਵਿਰੋਧ ਕਰਨ ਗਏ ਸਾਂ ਵੀ ਅਸੀਂ 18 ਤਰੀਕ ਨੂੰ ਉਹਦੀ ਜ਼ਮਾਨਤ ਰਿਜੈਕਟ ਕਰਾਉਣੀ ਹੈ, ਅਸੀਂ ਧਰਨਾ ਲਾਵਾਂਗੇ, ਵੱਧ ਤੋਂ ਵੱਧ ਵਿਰੋਧ ਕਰਾਂਗੇ। ਜੋ ਕਿ ਡਕੈਤ ਹੈ, ਡਕੈਤ ਇਸ ਬੰਨੇ ਆਉਂਦਾ ਨਹੀਂ ਪਿਆ ਵੀਰੋ, ਡਕੈਤ ਵਿਕਿਆ ਹੋਇਆ ਹੈ। ਡਕੈਤ ਨੇ ਪੈਸੇ ਲਏ ਨੇ ਅਜੇ ਮਿਸ਼ਰਾ ਤੋਂ, ਡਕੈਤ ਗੱਲ ਨਹੀਂ ਕਰਦਾ ਪਿਆ, ਡਕੈਤ ਬੀਜੇਪੀ ਦਾ ਚਮਚਾ ਹੈ, ਡਕੈਤ ਕੋਈ ਨਹੀਂ ਗੱਲ ਕਰਦਾ ਪਿਆ। ਡਕੈਤ ਉਲਟਾ ਸਾਨੂੰ ਪ੍ਰਸ਼ਾਸਨ ਨੂੰ ਕਹਿੰਦਾ ਵੀ ਇਹਨਾਂ ਨੂੰ ਫੜੋ, ਵੀ ਇਹਨਾਂ ਨੂੰ ਅੰਦਰ ਕਰੋ, ਵੀ ਇਹ ਖੱਲਰ ਪਾ ਰਹੇ ਆ। ਬਾਈ ਜੀ ਅਸੀਂ ਖੱਲਰ ਨਹੀਂ ਪਾ ਰਹੇ, ਅਸੀਂ ਰੌਲਾ ਪਾ ਰਹੇ ਹਾਂ ਵੀ ਇੱਕ ਇਨਸਾਨ ਨੇ ਗੱਡੀਆਂ ਚੜਾ ਕੇ 5 ਬੰਦਿਆਂ ਦਾ ਕਤਲ ਕੀਤਾ ਹੈ, ਉਸ ਨੂੰ 4 ਮਹੀਨਿਆਂ ਦੇ ਵਿੱਚ ਕਿਵੇਂ ਜ਼ਮਾਨਤ ਦਿੱਤੀ ਜਾਂਦੀ ਹੈ, ਜੋ ਕਿ ਇਹ ਬੜਾ ਵਿਰੋਧ ਹੈ। ਸਿੱਖਾਂ ਲਈ ਬੜਾ ਘਟੀਆ ਕੰਮ ਕੀਤਾ ਗਿਆ ਹੈ, ਜੋ ਕਿ ਇਹ ਨਹੀਂ ਹੋਣਾ ਚਾਹੀਦਾ। ਅਸੀਂ ਉਹਦੀ ਜ਼ਮਾਨਤ ਦੇ ਵਿਰੋਧ ਕਰਦੇ ਹਾਂ ਵੀ ਉਹਦੀ ਜ਼ਮਾਨਤ ਰਿਜੈਕਟ ਹੋਣੀ ਚਾਹੀਦੀ। ਕੋਰਟ ਨੇ ਕਿਵੇਂ ਜ਼ਮਾਨਤ ਉਹਨੂੰ ਦੇ ਦਿੱਤੀ, ਜੋ ਕਿ ਅਸੀਂ ਵੱਧ ਤੋਂ ਵੱਧ ਵਿਰੋਧ ਕਰਾਂਗੇ, ਸਾਰੇ ਸ਼ਹਿਰਾਂ ਦੇ ਵਿੱਚ ਵਿਰੋਧ ਕਰਾਂਗੇ। ਦਿੱਲੀ ਆਵੇ ਜੀ, ਇਸ ਟਾਈਮ ਵੀ ਦਿੱਲੀ ਹੋ? ਹਾਂਜੀ। ਕੀ ਗੱਲ ਫਿਰੋਜ਼ਪੁਰ ਨਹੀਂ ਗਏ? ਨਹੀਂ ਫਿਰੋਜ਼ਪੁਰ ਨਹੀਂ ਜਾਣਾ, ਹਜੇ ਹੋ ਸਕਦਾ ਇੱਥੇ ਵਾਪਸੀ ਆਉਣਾ ਪਵੇ। ਕਿੱਥੇ? ਤੁਹਾਡੇ ਸ਼ਹਿਰ ਦੀ। ਅੱਛਾ ਅੱਛਾ, ਕੀ ਕਰਨਾ? ਲਾਵਾਂਗੇ ਹਿਸਾਬ ਕਿਤਾਬ, ਹਜੇ ਮੀਟਿੰਗ ਮੂਟ ਬੰਦੀ ਫਿਰਦੀ ਕਰਦੇ, ਹਜੇ ਦਿੱਲੀ ਆ, ਸਿੰਘੂ ਬਾਰਡਰ ਤੇ ਆ। ਮੀਟਿੰਗ ਕੌਣ ਕਰਦਾ ਪਿਆ? ਅਸੀਂ ਆਪ ਹੀ ਕਰਦੇ ਪਏ। ਅੱਛਾ, ਜਿਹੜੇ ਮਤਲਬ ਕਿ ਤੁਹਾਡੇ ਪ੍ਰਧਾਨ ਆ ਪਾਰਟੀ ਦੇ, ਉਹ ਆਪਣਾ ਡੱਲੇਵਾਲ ਆ? ਹਾਂਜੀ। ਅੱਛਾ ਅੱਛਾ, ਤੇ ਜਿਹੜਾ ਤੁਸੀਂ ਇਹ ਕਾਰਵਾਈ ਕਰ ਰਹੇ ਹੋ ਸੰਯੁਕਤ ਕਿਸਾਨ ਮੋਰਚੇ ਦੇ ਤਹਿਤ ਕਰ ਰਹੇ ਹੋ? ਨਹੀਂ ਜੀ, ਨਹੀਂ 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 ਨਹੀਂ, ਅਸੀਂ ਨਹੀਂ ਇਹ ਸੰਯੁਕਤ ਮੋਰਚੇ ਦੇ ਵਿੱਚ ਨਹੀਂ ਹੈਗੇ, ਅਸੀਂ ਤੇ ਬਾਹਰ ਆਏ ਸੰਯੁਕਤ ਮੋਰਚੇ 'ਚ। ਸੰਯੁਕਤ ਕਿਸਾਨ ਮੋਰਚੇ ਚੋਂ ਬਾਹਰ ਹੋ ਤੁਸੀਂ? ਹਾਂਜੀ, ਅਸੀਂ ਬਾਹਰ ਆਏ ਜੀ। ਡੱਲੇਵਾਲ ਤਾਂ ਨਾਲ ਸੀਗਾ ਸੰਯੁਕਤ ਕਿਸਾਨ ਮੋਰਚੇ ਦੇ। ਮੋਰਚੇ ਡੱਲੇ ਵਾਲਾ ਹੈਗਾ ਜੀ ਨਾਲ, ਅਸੀਂ ਨਹੀਂ ਨਾਲ ਹੈਗੇ। ਨਹੀਂ ਤੇ ਡੱਲੇਵਾਲ ਸਿੰਧੂਪੁਰ ਦਾ ਪ੍ਰਧਾਨ ਕੌਣ ਆ? ਭਾਰਤੀ ਕਿਸਾਨ ਯੂਨੀਅਨ ਸਿੰਧੂਪੁਰ ਦਾ ਪ੍ਰਧਾਨ ਕੌਣ ਆ?
ਵੀਰ ਜੀ ਉਹ ਡੱਲੇ ਵਾਲਾ ਹੀ ਏ ਤੇ ਅਸੀਂ ਨਹੀਂ ਵਿੱਚ ਹੈਗੇ ਉਹਦੇ। ਨਹੀਂ ਤੁਸੀਂ ਉਹ ਜਿਹੜੀ ਮੈਨੂੰ ਆਪਣੀ ਇੰਟਰੋਡਕਸ਼ਨ ਦਿੱਤੀ ਸੀ ਤੁਸੀਂ ਦਿੱਤੀ ਸੀ ਵੀ ਮੈਂ ਹਾਂਜੀ। ਫਿਰੋਜ਼ਪੁਰ ਤੋਂ ਵੀਰ ਜੀ ਮੈਂ ਤੁਹਾਨੂੰ ਦੱਸਣਾ ਨਾ ਮੇਰਾ ਕੰਮ ਹੋਰ ਹੈ। ਮੇਰਾ ਕੰਮ ਇਹ ਆ ਵੀ ਜਿੱਥੇ ਕਿਤੇ ਵੀ ਕੋਈ ਗੱਲਬਾਤ ਹੁੰਦੀ ਹੈ ਨਾ ਮੇਰਾ ਇਹਦਾ ਪਾਰਟੀ ਨਾਲ ਲੈਣ ਦੇਣ ਕੋਈ ਨਹੀਂ ਗਾ। ਨਹੀਂ ਪਾਰਟੀ ਥੋੜੀ ਉਹ ਤਾਂ ਕਿਸਾਨ ਮੋਰਚਾ ਇੱਕ ਸੰਗਠਨ ਆ ਕਿ ਦੇਖੋ ਇੱਕ ਸਿੱਧੀ ਗੱਲ ਜਿਹੜਾ ਕਿਸਾਨ ਮੋਰਚਾ ਹੈ ਨਾ ਹਾਂ ਕਿਸਾਨ ਮੋਰਚਾ ਅਲੱਗ ਚੀਜ਼ ਹੈ ਸਾਡਾ ਅਲੱਗ ਚੀਜ਼ ਹੈ। ਸਾਡਾ ਅਸੀਂ ਅਜੇ ਵੀ ਸਿੰਘੂ ਬਾਰਡਰ ਤੇ ਬੈਠੇ ਹਾਂ। ਨਹੀਂ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ ਫਿਰ ਤੁਹਾਡਾ ਸੰਗਠਨ ਕਿਹੜਾ ਵਾ ਸੀ ਕਿਉਂਕਿ ਅਸੀਂ ਉਸ ਦਿਨ ਪਤਾ ਕੀਤਾ ਦੂਜੇ ਬੰਦਿਆਂ ਤੋਂ ਉਹ ਕਹਿੰਦੇ ਵੀ ਇਹ ਮਾਹੌਲ ਖਰਾਬ ਕਰਨ ਵਾਸਤੇ ਆਏ ਨੇ ਠੀਕ ਆ ਜੀ ਹੈ ਮਤਲਬ ਕਿ ਜਿਹੜੇ ਸ਼ਿਕਾਇਤ ਗਰੁੱਪ ਵਾਲੇ ਆ ਉਹ ਕਹਿੰਦੇ ਵੀ ਤੁਸੀਂ ਮਾਹੌਲ ਖਰਾਬ ਕਰਨ ਲਈ ਆਏ ਹੋ। ਚਲੋ ਹੁਣ ਤੁਹਾਡਾ ਰੈਫਰੈਂਸ ਦਾ ਪਤਾ ਲੱਗੇ ਨਾ ਵੀ ਤੁਸੀਂ ਕੌਣ ਦੇਖੋ ਮੇਰੀ ਸੁਣ ਗੱਲ ਮਾਹੌਲ ਪਤਾ ਕਿਉਂ ਖਰਾਬ ਹੁੰਦਾ ਕਿਤੇ ਵੀ ਸੱਚੀ ਗੱਲ ਬੋਲੋਗੇ ਨਾ ਮੈਂ ਕਿਤੇ ਇਹ ਗੱਲ ਸੱਚਾਈ ਕਹੀ ਬੋਲੋਗੇ ਉਹ ਆਪਾਂ ਉੱਥੇ ਮਾਹੌਲ ਖਰਾਬ ਹੋਵੇਗਾ ਹੀ ਹੋਵੇਗਾ। ਆਪਾਂ ਸੱਚੀ ਝੂਠੀ ਦਾ ਬਾਅਦ ਡਿਸਾਈਡ ਕਰਾਂਗੇ ਨਾ ਪਹਿਲਾਂ ਜੀ, ਤੁਸੀਂ ਇਹ ਆ ਆਪਣੀ ਵੀ- ਇੰਟਰੋਡਕਸ਼ਨ ਦਿਓ ਵੀ ਤੁਸੀਂ ਉਸ ਦਿਨ ਮੈਨੂੰ ਦੱਸਿਆ ਸੀ ਵੀ ਅਸੀਂ ਭਾਰਤੀ ਕਿਸਾਨ ਯੂਨੀਅਨ ਸਿੰਧੂਪੁਰ ਦੇ ਮਤਲਬ ਕਿ ਫਿਰੋਜ਼ਪੁਰ ਦੇ ਕੋਈ ਮਤਲਬ ਕਿ ਸੱਚੀ ਮਾਂ ਪਤਾ ਨਹੀਂ ਜਨਰਲ ਸੈਕਟਰੀ ਸ਼ਾਇਦ ਦੱਸਿਆ ਸੀ। ਹੁਣ ਤੁਸੀਂ ਕਹਿ ਰਹੇ ਹੋ ਵੀ ਸਿੰਧੂਪੁਰ ਦਾ ਜਿਹੜਾ ਪ੍ਰਧਾਨ ਆ ਉਹ ਡੱਲੇਵਾਲ ਠੀਕ ਹੈ ਸਰਦਾਰ ਜੀ ਮੈਂ ਤੇ ਤੁਹਾਨੂੰ ਅੱਜ ਵੀ ਕਹਿਣਾ ਪਿਆ ਹਾਂ ਮੈਂ ਤੇ ਸੱਚਾਈ ਤੇ ਖੜਾ ਮੈਂ ਤੇ ਠੀਕ ਪਾਰਟੀ ਬਲੋਕ ਉਹਨੂੰ ਕਰਨਾ ਵਾ। ਮੈਂ ਜਿੱਥੇ ਵੀ ਕਿਤੇ ਗੱਲਬਾਤ ਹੁੰਦੀ ਹੈ ਨਾ ਸਾਡਾ 8-10 ਬੰਦੇ ਆ 8-10 ਬੰਦਿਆਂ ਦਾ ਗਰੁੱਪ ਬਣਿਆ ਹੋਇਆ। ਅੱਛਾ ਵੀ ਅਸੀਂ ਜਾਣੇ ਆ ਅਸੀਂ ਯਾਰ ਅਸੀਂ ਗਲਤ ਕੰਮ ਤੇ ਤਾਂ ਕਰੀਏ ਜੇ ਕਿਤੇ ਅਸੀਂ ਕਿਸੇ ਨੂੰ ਮੈਂ ਗਲਤ ਉਸ ਕਿਹਾ ਚੀਜ਼ ਨਹੀਂ ਮੈਂ ਉਹ ਗੱਲ ਨਹੀਂ ਕਹਿੰਦਾ ਪਿਆ ਮੈਂ ਇਹ ਕਹਿੰਦਾ ਪਿਆ ਵਾਂ ਵੀ ਜਦੋਂ ਤੁਸੀਂ ਇਸ ਗੱਲ ਦੇ ਉੱਤੇ ਆ ਕੇ ਵਿਰੋਧ ਕਰਦੇ ਹੋ ਅਜੀਤ ਮਿਸ਼ਰਾ ਦੀ ਜ਼ਮਾਨਤ ਦਾ ਵਿਰੋਧ ਕਰਦੇ ਹੋ ਜਾਂ ਤੁਸੀਂ ਉਸ ਪਰਿਵਾਰ ਦੇ ਨਾਲ ਖੜੇ ਹੋਣ ਦੀ ਉਹ ਗੱਲ ਕਰਦੇ ਹੋ ਤੁਹਾਡੇ ਸੰਗਠਨ ਦਾ ਅਸੀਂ ਕੀ ਨਾਂ ਪਾਈਏ ਸੰਗਠਨ ਦਾ ਨਾਂ ਤੇ ਮੈਂ ਤੇ ਤੈਨੂੰ ਦੱਸਿਆ ਵੀ ਮੈਂ ਤੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਹਾਂ ਤੇ ਡੱਲੇਵਾਲ ਜਿਹੜਾ ਵਾ ਸੰਯੁਕਤ ਕਿਸਾਨ ਮੋਰਚੇ ਦੇ ਅੰਦਰ ਆ ਸਾਨੂੰ ਇਸ ਗੱਲ ਦਾ ਨਹੀਂ ਜੀ ਪਤਾ। ਅਸੀਂ ਜਿਆਦੀ ਗੱਲ ਨਹੀਂ ਕਰਨਾ ਚਾਹੁੰਦੇ। ਅਸੀਂ ਤੇ ਵੀਰ ਜੀ ਕੁਝ ਮੇਰੇ ਸੱਜਣ ਸਨ ਦਿੱਲੀ ਅਜੇ ਵੀ ਸਿੰਘੂ ਬਾਰਡਰ ਤੇ ਧਰਨਾ ਚੱਲਦਾ ਪਿਆ ਉਹਨਾਂ ਦਾ ਵਿਕਰੀ ਦੇ ਵੀ ਚੱਲਦਾ ਪਿਆ ਹੈ ਸਮਝੋ ਨਾ ਅਸੀਂ ਉਹਨਾਂ ਦੇ ਨਾਲ ਆਏ ਅਸੀਂ ਪੀੜ ਪਰਿਵਾਰ ਨੂੰ ਮਿਲਿਆ ਜੋ ਸਾਨੂੰ ਪਰਿਵਾਰ ਨੇ ਕਿਹਾ ਅਸੀਂ ਉਹੀ ਗੱਲ ਕੀਤੀ ਦੂਜੀ ਗੱਲ ਨਹੀਂ ਅਸੀਂ ਕੀਤੀ। ਅਸੀਂ ਅੱਜ ਜੋ ਗੱਲ ਕਰਦੇ ਪਏ ਹਾਂ ਨਹੀਂ ਸਾਡੇ ਹੋਰ ਵੀ ਮੀਟਿੰਗ ਚੱਲਦੀ ਵੀ ਅਸੀਂ ਹੋਰ ਜ਼ਿਆਦੇ ਅਸੀਂ ਹੁਣ 1 ਨਹੀਂ 2 ਨਹੀਂ 5 ਨਹੀਂ ਕਿਉਂਕਿ ਅਸੀਂ ਹੋ ਸਕਦਾ 2 ਦਿਨ ਤੋਂ ਬਾਅਦ ਅਸੀਂ ਜ਼ਿਆਦਾ ਜਣੇ ਆਈਏ। ਮੈਂ ਤੁਸੀਂ ਆਓ ਮੋਸਟ ਵੈਲਕਮ ਲੇਕਿਨ ਮੈਂ ਇੱਕ ਗੱਲ ਜਿਹੜੀ ਆ ਮੈਂ ਇਸ ਗੱਲ ਦੇ ਉੱਤੇ ਪੁੱਛਿਆ ਸੀ ਨਾ ਮੈਂ ਕਿਹਾ ਵੀ ਭਾਈ ਸੰਯੁਕਤ ਕਿਸਾਨ ਮੋਰਚੇ ਦੇ ਹੋਰ ਬੰਦੇ ਜਿਹੜੇ ਸੰਗਠਨ ਨੇ ਉਹਨਾਂ ਨੂੰ ਪੁੱਛਿਆ ਸੀ ਮੈਂ ਕਿਹਾ ਵੀ ਤੁਹਾਨੂੰ ਰਕੇਸ਼ ਸ਼ਿਕਾਇਤ ਦੇ ਉੱਤੇ ਕੋਈ ਡਾਊਟ ਆ ਉਹ ਕਹਿੰਦੇ ਨਹੀਂ ਸਾਨੂੰ ਰਕੇਸ਼ ਸ਼ਿਕਾਇਤ ਤੇ ਕੋਈ ਡਾਊਟ ਨਹੀਂ ਲੇਕਿਨ ਤੁਸੀਂ ਰਕੇਸ਼ ਸ਼ਿਕਾਇਤ ਦੇ ਉੱਤੇ ਉਂਗਲ ਚੱਕੀ ਜਾ ਰਹੇ ਹੋ ਲੇਕਿਨ ਇਹ ਤਾਂ ਦੱਸੋ ਨਾ ਵੀ ਤੁਹਾਡਾ ਸੰਗਠਨ ਕਿਹੜਾ ਇੱਕ ਮਿੰਟ ਮੇਰੀ ਭਾਜੀ ਸੁਣੋ ਹਾਂ ਇਤਨਾ ਪਹਿਲੀ ਨਹੀਂ ਵੰਡ ਰਹੀ ਕੋਈ ਸ਼ਿਕਾਇਤ ਸਾਡਾ ਦੁਸ਼ਮਣ ਨਹੀਂ ਹੈਗਾ ਉਹ ਵੀ ਜਿਵੇਂ ਅਸੀਂ ਕੰਮ ਡਕੈਤ ਕਰਦਾ ਅਸੀਂ ਜਿਹੜਾ ਪਰਿਵਾਰ ਹੈ ਨਾ ਪਰਿਵਾਰ ਨੇ ਦੱਸਿਆ ਹੋਰ ਲੋਕਾਂ ਨੂੰ ਗੱਲ ਸੁਣੀ ਜੋ ਕਿ ਸਾਡੇ ਸਾਹਮਣੇ ਪਰਿਵਾਰ ਕਿੱਥੋਂ ਵਾਲੇ ਦੀ ਗੱਲ ਕਰਦੇ ਹੋ ਕਿੱਥੇ ਪਰਿਵਾਰ ਆ ਵਾਲੀ ਬੁਰਾਈ ਚ ਭਾਜੀ ਮੈਂ ਤੁਹਾਨੂੰ ਫੋਨ 'ਚ ਨਹੀਂ ਦੱਸ ਸਕਦਾ ਦਿਨ ਤੋਂ ਬਾਅਦ ਆ ਕੇ ਤੁਹਾਡੇ ਨਾਲ ਇਹ ਜਿਹੜੀਆਂ ਚੀਜ਼ਾਂ ਨੇ ਹੁਣ ਮੈਨੂੰ ਕੀ ਪਤਾ ਤੁਹਾਡਾ ਘਰ ਕਿੱਥੇ ਆ ਹੁਣ ਅਸੀਂ ਦੇਖੋ ਇੱਕ ਚੀਜ਼ ਹੋਰ ਹੈ ਨਾ ਇਸ ਟਾਈਮ ਮੈਂ ਤੁਹਾਨੂੰ ਦੱਸਦਾ ਵਾ ਇਸ ਟਾਈਮ ਇੱਕ ਰਾਜਨੀਤੀ ਇਸ ਗੱਲ ਦੇ ਉੱਤੇ ਵੀ ਤਾਂ ਚੱਲ ਰਹੀ ਹੈ ਵੀ ਜਾਂ ਤਾਂ ਕਿਸਾਨ ਨੇਤਾ ਬਦਨਾਮ ਹੋ ਜਾਣਗੇ ਠੀਕ ਹੈ ਲੋਕ ਉਹਨਾਂ ਦੇ ਨਾਲ ਟੁੱਟ ਜਾਣਗੇ ਬੀਜੇਪੀ ਦਾ ਰਾਹ ਸੌਖਾ ਹੋ ਜਾਊਗਾ ਉਹਨਾਂ ਨੂੰ ਦੁਬਾਰਾ ਤੋਂ ਕਾਨੂੰਨ ਲਿਆਉਣੇ ਸੌਖੇ ਹੋ ਜਾਣਗੇ ਬੀਜੇਪੀ ਦਾ ਜਿਹੜਾ ਰਾਹ ਕਾਇਮ ਕਰੇਗਾ ਨਾ ਉਹ ਆਪ ਨੂੰ ਆਪ ਧੋਖਾ ਦੇਵੇਗਾ ਨਹੀਂ ਤਾਂ ਉਹੀ ਚੀਜ਼ ਮੈਂ ਕਹਿ ਰਿਹਾ ਵਾਂ ਵੀ ਮੈਂ ਗੱਲ ਤੁਹਾਨੂੰ ਤੋਂ ਕਲੀਅਰ ਕਰਨਾ ਚਾਹੁੰਦਾ ਵਾਂ ਨਹੀਂ ਜਿਹੜਾ ਡਕੈਤ ਹੈ ਨਾ ਸਿੱਧੀ ਉਂਗਲ ਚੱਕੀ ਜਾਂਦੇ ਆ ਠੀਕ ਹੈ ਭਾਈ ਜੀ ਉਂਗਲ ਅਸੀਂ ਤਾਂ ਚੱਕਣੇ ਆ ਦਾ ਸਹੀ ਢੰਗ ਨਾਲ ਦਿਓ ਜਿਹੜੀ ਡਕੈਤ ਅਸੀਂ ਉਂਗਲ ਚੱਕਣੇ ਆ ਨਾ ਅਸੀਂ ਹੁਣ ਆਵਾਂਗੇ ਅਸੀਂ ਹੁਣ ਵੀ ਕਹਾਂਗੇ ਡਕੈਤ ਸਾਡੇ ਨਾਲ ਪਹਿਲੋਂ ਇਹਨੇ ਡਕੈਤ ਨੇ ਕਿਹਾ ਵੀ ਮੈਂ ਪਾਣੀ ਨਹੀਂ ਪੀਵਾਂਗਾ ਲਖੀਮਪੁਰ ਖੀਰੀ ਦਾ ਮੈਂ ਰੋਟੀ ਨਹੀਂ ਖਾਵਾਂਗਾ ਜਿੰਨਾ ਚਿਰ ਜ਼ਮਾਨਤ ਨਹੀਂ ਰਿਜੈਕਟ ਹੁੰਦੀ ਤੇ 10 ਮਿੰਟਾਂ ਤੋਂ ਬਾਅਦ ਅੱਗੋਂ ਮੁੜ ਆਇਆ ਆਵੇ ਮੈਂ ਰੋਟੀ ਖਾਣਾ ਸੀ ਕਿ ਚਲੋ ਰੋਟੀ ਖਾ ਲਓ ਰੋਟੀ ਖਾ ਲਈ ਬਾਅਦ ਦੇ ਵਿੱਚ ਗਿਆ ਹੀ ਨਹੀਂ ਬਾਅਦ ਚ ਆਂਦਾ ਵੀ ਮੈਂ ਕੁਝ ਨਹੀਂ ਕਰ ਸਕਦਾ ਮੈਂ ਇਹਨਾਂ ਦੀ ਮਤ ਨਹੀਂ ਕਰ ਸਕਦਾ ਮੇਰੇ 3 ਕਿੱਲੇ ਪੈਲੀ ਅਸੀਂ ਵੇਚ ਕੇ ਲਾ ਲਓ ਅਸੀਂ ਕੀ ਕਹਾਂਗੇ ਦੱਸੋ ਤੁਸੀਂ ਦੱਸੋ ਨਹੀਂ ਮੈਂ ਉਸ ਗੱਲ ਦੇ ਉੱਤੇ ਨਹੀਂ ਤੁਸੀਂ ਨਾ ਆਪਣਾ ਜਿਹੜਾ ਤੁਹਾਡਾ ਉਸ ਦਿਨ ਤੁਸੀਂ ਮੈਨੂੰ ਕਾਰਡ ਦਿਖਾਇਆ ਸੀਗਾ ਉਹ ਕਾਰਡ ਜਿਹੜਾ WhatsApp ਤੇ ਪਾਓ ਮੈਨੂੰ ਮੈਂ ਤੁਹਾਡੇ ਨਾਲ 2 ਦਿਨਾਂ ਤੋਂ ਬਾਅਦ ਆ ਰਿਹਾ ਮੈਂ ਤੁਹਾਡੇ ਨਾਲ ਬੈਠ ਕੇ ਗੱਲ ਕਰਾਂਗਾ ਮੈਂ ਫੋਨ ਤੇ ਨਹੀਂ ਕਰ ਸਕਦਾ
ਆਪਦਾ ਕਾਰਡ ਹਾਂ ਕਾਰਡ ਪਾ ਦਿਓ ਔਰ ਆਹੀ ਗੱਲ ਤੁਸੀਂ ਜਿਹੜਾ ਤੋਂ ਕਹਿੰਦਾ ਬੰਦਾ ਵੀ ਮੈਂ ਚੱਲ ਕੇ ਤੁਹਾਡੇ ਨਾਲ ਧਰਨੇ ਤੇ ਬਹਿਣਾ ਵਾ, ਜੇਲ੍ਹ ਦੇ ਕੇ ਬਹਿਨੇ ਆ, ਤੇ ਤੁਰਨ ਲੱਗਾ ਬੰਦਾ ਵਾਪਸ ਆ ਜਾਂਦਾ ਹੈ ਤੇ ਕੀ ਆਖੀ ਉਹਨੂੰ। ਤੇ ਬਾਅਦ ਦੇ ਵਿੱਚ ਗੱਲਾਂ ਹੋਈਆਂ, ਵਾਪਸ ਆਉਣ ਦੇ ਕਾਰਨ ਫਿਰ ਬੋਲਦਾ ਵੀ ਮੇਰੀ 3 ਕਿੱਲੇ ਮੇਰੇ ਕੋਲ ਪੈਲੀ ਹੈਗੀ ਹੈ ਤੇ ਉਹ ਵੇਚ ਕੇ ਲਾ ਲਓ। ਦੱਸੋ ਇਹ ਗੱਲਾਂ ਹੁੰਦੀਆਂ ਨੇ। ਜੇ ਕੱਲ ਨੂੰ ਕੋਈ ਵੀ ਮੰਨ ਲਓ ਅਸੀਂ ਕਿਸੇ ਦੇ ਮਗਰ ਧਰਨੇ ਤੇ ਜਾਂਦੇ ਆ, ਸਾਨੂੰ ਕੋਈ ਗੱਲ ਬਣ ਜਾਂਦੀ ਤੇ ਕੱਲ ਨੂੰ ਉਹ ਹੀ ਆਗੂ ਕਹੇਗਾ ਵੀ ਮੇਰੀ ਪੈਲੀ ਵੇਚ ਲਓ। ਕੀ ਗੱਲ ਪੈਲੀ ਵੇਚ ਕੇ ਮਗਰ ਲਾਈ ਦੀ ਹੁੰਦੀ ਹੈ। ਫਿਰ ਜਿਹੜੇ ਇਹਨਾਂ ਦੇ ਵਕੀਲ ਨੇ ਸੁਖਤ ਮੋਰਚੇ ਦੇ, ਇਹਨਾਂ ਜਿਹੜੇ ਲਾਏ ਨੇ, ਇਹਨਾਂ ਆਗੂਆਂ ਨੇ ਜਿਹੜੇ ਵਕੀਲ ਕਰਕੇ ਦਿੱਤੇ ਨੇ, ਉਹ ਜਿੱਦਣ ਬਹਿਸ ਹੋਣੀ ਉਦੋਂ ਪਹੁੰਚੇ ਹੀ ਨਹੀਂ ਗਏ ਤੇ ਅਗਲੇ ਦੀ ਜ਼ਮਾਨਤ ਮਿਲ ਗਈ, ਬਹਿਸ ਹੀ ਨਹੀਂ ਹੋਈ। ਦੱਸੋ ਸਾਨੂੰ ਤੇ ਜੋ ਪਰਿਵਾਰ ਗੱਲਾਂ ਦੱਸਦਾ ਜਾਂ ਗਵਾਹ ਕੋਈ ਦੱਸਦਾ ਸਾਨੂੰ ਤਾਂ ਹੀ ਪਤਾ ਲੱਗਦਾ ਨਾ। ਸਾਨੂੰ ਕੋਈ ਪੰਜਾਬ ਦੇ ਵਿੱਚ ਬੈਠਿਆਂ ਨੂੰ ਯੂਪੀ ਦੇ ਵਿੱਚ ਕੀ ਹੁੰਦਾ ਸਾਨੂੰ ਕੋਈ ਪਤਾ ਨਹੀਂ ਲੱਗਦਾ। ਸਾਨੂੰ ਜੋ ਵੀ ਪਰਿਵਾਰ ਨੇ ਦੱਸਿਆ, ਘਰ ਵਾਲਿਆਂ ਨੇ ਦੱਸਿਆ, ਅਸੀਂ ਤੇ ਉਹ ਵੇਖਿਆ। ਜਾਂ ਜਦੋਂ ਸਾਡੇ ਕੋਲ ਡਕੈਤ ਕੋਲ ਗਏ ਆ, ਡਕੈਤ ਨੇ ਪਹਿਲੋਂ ਆਖਿਆ ਵੀ ਮੈਂ ਪਾਣੀ ਵੀ ਨਹੀਂ ਪੀਆਂਗਾ, ਖਾਣਾ ਵੀ ਨਹੀਂ ਖਾਂਗਾ ਜਿੰਨਾ ਚਿਰ, ਜਦੋਂ ਉਹਨਾਂ ਚਿਰ ਵੀ ਜਿੰਨਾ ਜਦੋਂ ਰਿਜੈਕਟ ਹੋ ਜਾਏਗੀ ਜ਼ਮਾਨਤ ਤਾਂ ਉੱਠਾਂਗਾ। ਜੇਲ੍ਹ ਦੇ ਅੱਗੇ ਜਾ ਕੇ ਬੈਠਦੇ ਆ, उतना चेर पानी भी नहीं पियागा, खाना भी नहीं खावागा जितना चेर उनकी जमानत नहीं रिजेक्ट होंदी। ते बाद दे विच गया ही नहीं ते की आखांगे दसो। फिर बाद दे विच 18 तरीक नूं उस बंदे नूं कढना है ते रात नूं उह बंदे नूं कढ दिंदे ने ते उल्टा बोलदा डकैत भी ये पंजाब चों आण के इत्थे रौला पाउंदे ने। प्रशासन नूं आंदा भी जिन्ने बंदे आए ने पंजाब चों इन्हां नूं अरेस्ट कर लो। दसो असीं की माड़ा कीता, असीं की माड़ा कीता डकैत दा। फिर असीं गल्लां ना करिए तो करिए की। असीं ते जिहड़ी सच्चाई है सच्चाई बोलांगे, चाहे कोई भी आगू है, हर एक दे खिलाफ बोलांगे। जिहड़ी सच्चाई है सच्चाई बोलांगे, झूठ नहीं मारांगे। जिहड़ी साडे अखां दे सामने साडे कोल गल्लां होईयां ने असीं बोलांगे। जिवें ये गल्लां करदा सी उवें ते वैसे ही लगदा सी असीं बोल। भाई जी जदों कहंदा बंदा भी मैं चल के तुहाडे नाल धरने ते बहिना वा, जेल੍ਹ दे के बहिने आ, ਤੇ ਤੁਰਨ ਲੱਗਾ ਬੰਦਾ ਵਾਪਸ ਆ ਜਾਂਦਾ ਹੈ ਤੇ ਕੀ ਆਖੀ ਉਹਨੂੰ। ਤੇ ਬਾਅਦ ਦੇ ਵਿੱਚ ਗੱਲਾਂ ਹੋਈਆਂ, ਵਾਪਸ ਆਉਣ ਦੇ ਕਾਰਨ ਫਿਰ ਬੋਲਦਾ ਵੀ ਮੇਰੀ 3 ਕਿੱਲੇ ਮੇਰੇ ਕੋਲ ਪੈਲੀ ਹੈਗੀ ਹੈ ਤੇ ਉਹ ਵੇਚ ਕੇ ਲਾ ਲਓ। ਦੱਸੋ ਇਹ ਗੱਲਾਂ ਹੁੰਦੀਆਂ ਨੇ। ਜੇ ਕੱਲ ਨੂੰ ਕੋਈ ਵੀ ਮੰਨ ਲਓ ਅਸੀਂ ਕਿਸੇ ਦੇ ਫਿਰ ਬਾਈ ਜੀ ਤੁਸੀਂ ਜਿਹੜਾ ਕਹਿੰਦੇ ਤੁਹਾਨੂੰ ਫੋਨ ਕੀਤਾ ਤੁਸੀਂ ਦਿੱਲੀ ਪਹੁੰਚ ਗਏ, ਬਾਈ ਜੀ ਅਸੀਂ ਉੱਥੋਂ ਨਾ, ਅਸੀਂ ਆਸੇ ਪਾਸੇ ਹੋ ਕੇ ਗਏ ਆ, ਸਾਡੇ ਪ੍ਰਸ਼ਾਸਨ ਮਗਰ ਭੱਜਦਾ ਸੀ। ਸਾਨੂੰ ਡਕੈਤ ਨੇ ਕਹਿਤਾ ਜੀ ਇਹਨਾਂ ਨੂੰ ਅਰੈਸਟ ਕਰ ਲਓ ਤੇ ਅਸੀਂ ਕੀ ਕਰਦੇ, ਅਸੀਂ ਵਾਪਸੀ ਜਾਣਾ ਸੀ, ਹੋਰ ਕੀ ਕਰਦੇ। हेलो हाँ जी हाँ, मैं ना कुलदीप सिंह बोल रहा हूँ। उस दिन लखीमपुर हुई थी ना इंटरव्यू, कहाँ से बोल रहे हो। मैं पंजाब से बोल रहा हूँ, पर लखीमपुर में उस दिन इंटरव्यू हुई थी ना, वो सरदार के साथ था जिससे अभी आप फोन नहीं कर रहे। अच्छा हाँ, कोई बात है तो कोई बात है सर। नहीं, आप कौन बोल रहे हैं, आप अपनी इंट्रोडक्शन दीजिए ना। अच्छा, मैं दूजा सर कुलदीप सिंह, बच्चे सी नाल जिन्हां दे। ਕੁਲਦੀਪ ਸਿੰਘ ਕਿਹੜੀ ਥਾਂ ਤੋਂ। मोगे तो। ਮੋਗੇ ਤੋਂ। ਨਹੀਂ ਗੱਲ ਕੀ ਹੈ, ਗੱਲ ਤੁਸੀਂ ਇੱਕ ਗੱਲ ਇਹ ਦੱਸੋ ਨਾ ਵੀ ਤੁਸੀਂ ਜਿਹੜਾ ਵਾ ਰਕੇਸ਼ ਟਕੈਤ ਦੇ ਉੱਤੇ ਉਂਗਲੀ ਚੱਕ ਰਹੇ ਹੋ, ਤੁਸੀਂ ਕਿਹੜੇ ਸੰਗਠਨ ਦੇ ਬੰਦੇ ਹੋ ਪਹਿਲਾਂ ਤਾਂ ਇਹ ਦੱਸੋ। देखो मैं किसी संगठन का बंदा नहीं ਹੂੰ समझे गल नूं। ਅੱਛਾ ਜਿਹੜੀ ਗੱਲ ਦੂਜੀ ਉਹ ਕਰੋ ਤੁਸੀਂ ਮੈਨੂੰ, ਮੈਂ ਸਹੀ ਤਰੀਕੇ ਨਾਲ 10-15 ਮਿੰਟ ਰੁਕ ਕੇ ਕਰਨਾ ਗੱਲ ਕਰਦਾ ਹੈਗਾ। ਨਹੀਂ ਮੈਨੂੰ ਗੱਲ ਫੇਰ ਹੋਈ ਗੱਲ ਯਾਰ, ਤੁਸੀਂ ਕਨਫਿਊਜ਼ਨ ਜੀ ਕਿਉਂ ਪਾਈ ਜਾਂਦੇ ਹੋ, ਚੱਕਰ ਕੀ ਹੈ। ਕਨਫਿਊਜ਼ਨ ਤਾਂ ਮੇਰੀ ਆਵਾਜ਼ ਆਉਣਾ, ਮੈਂ ਗੱਲ ਇੱਧਰ ਹੋਰ ਵੀ ਧਿਆਨ ਮੇਰਾ ਦੂਜੇ ਪਾਸੇ ਲੱਗਿਆ, ਇੱਧਰ ਸਹੀ ਤਰ੍ਹਾਂ ਸਮਝਾਈ ਨਹੀਂ ਜਾਣੀ। ਨਹੀਂ ਇੱਕ ਮਿੰਟ, ਤੁਸੀਂ ਭਾਰਤੀ ਕਿਸਾਨ ਯੂਨੀਅਨ ਸਿੰਧੂਪੁਰ ਦੇ ਬੰਦੇ ਹੋ। ਨਹੀਂ, ਹੋਰ ਕੌਣ ਨੇ। ਜਿਹੜੇ ਬੰਦੇ ਨਾਲ ਦੂਜੇ ਨੇ ਗੱਲ ਕਰਦੀ ਉਹ ਆ ਉਹਨਾਂ ਦਾ। ਤੇ ਤੁਸੀਂ ਕਿਹੜੇ ਗਰੁੱਪ ਦੇ ਹੋ। ਮੈਂ ਤਾਂ ਆਜ਼ਾਦ ਹੀ ਹਾਂ, ਮੈਂ ਨਹੀਂ, ਮੈਂ ਕਿਸੇ ਜਥੇਬੰਦੀ ਨੇ, ਮੈਂ ਤਾਂ ਆਪਾਂ ਦਾ ਜਿੱਥੇ ਸਹੀ ਕੰਮ ਹੁੰਦਾ ਨਾਲ ਸਾਥ ਦੇਈਦਾ ਹੈਗਾ। ਅੱਛਾ ਠੀਕ ਆ, ਕੀ ਨਾਮ ਆ ਆਪਣਾ, ਸ਼ੁਭ ਨਾਮ। ਮੇਰਾ ਨਾਮ ਕੁਲਦੀਪ ਸਿੰਘ। ਕੁਲਦੀਪ ਸਿੰਘ। ਕੁਲਦੀਪ ਸਿੰਘ ਜੀ ਇਹ ਦੱਸੋ ਮਤਲਬ ਕਿ ਜਿਹੜਾ ਜੇ ਤੁਸੀਂ 10 ਮਿੰਟ ਰੁਕ ਜਾਓ ਨਾ, ਭਾਵੇਂ 2 ਘੰਟੇ ਗੱਲ ਕਰ ਲਿਓ ਸਰਦਾਰ ਸਾਹਿਬ। अच्छा चलो 10 मिनट रोक के फोन ला लो, 2 घंटे का कर लो। आपने उन सब चीजों को सुना समझा, अब वो व्यक्ति शक के दायरे में कैसे आते हैं। कल रात को वो दोबारा से मेरे साथ संपर्क साधने का प्रयास करते हैं और मैं क्योंकि इस विषय के अंदर रुल्दू सिंह मानसा से भी कंफर्म कर चुका हूं कि भाई रिकेश टिकैत के ऊपर आपको कोई संदेह तो नहीं है। रुल्दू मानसा बोले कि नहीं, यूपी का जो पूरा मैटर है वो रिकेश टिकैत देख रहे हैं और संयुक्त किसान मोर्चे की दिशा निर्देश के अनुसार देख रहे हैं।
तो उनके इन शब्दों को कहने के बाद में कहीं ना कहीं राकेश टिकैत जो है, जो उन्होंने डाउट पैदा किया था, उससे बाहर आ गए। हालांकि राकेश टिकैत की पार्टी के एक पदाधिकारी थे अमनदीप संधू, जो गुरनाम सिंह चडूनी ग्रुप में चले गए हैं, उन्होंने कुछ सवाल खड़े किए थे, लेकिन वो सवाल थोड़ा सा स्वाभाविक भी नजर आ रहे हैं, क्योंकि आशीष मिश्रा को रिहाई मिल गई और जो किसानों के जो किसान अभी जेल में ही बंद हैं और उनको लेकर कुछ मतलब कि कुछ सवाल जवाब तो उठते हैं, और ये उठेंगे भी जब कोई व्यक्ति मैदान के अंदर जमीनी हकीकत के ऊपर काम कर रहा है, तो थोड़ा बहुत कभी हर कुछ चीजें मन की भी नहीं होती है, कभी कुछ दूसरों के मन की भी हो जाती हैं। हालांकि उसके लिए जो है हम लोगों ने जिला अध्यक्ष से बात की, दिलबाग सिंह संधू से, सुप्रीम कोर्ट के अंदर वकील कर लिए गए हैं और कार्रवाई शुरू हो गई है जमानत को खारिज करवाने के लिए। लेकिन ये एक अलग विषय है, विषय उन व्यक्तियों का है जो अब संदेह के दायरे में आके खड़े हो गए। तो दोस्तों, उन सब की वीडियो हम लोग आपको सुना चुके हैं, आप लोगों ने वीडियो भी देखी, ऑडियो भी देखी, जो हमारे साथ फोन पे बातें हुई वो भी देखी। अब वो शक के दायरे में कहाँ रहे हैं। तो दोस्तों, अब हम शक के दायरे की बात करते हैं, तो वहां पे हम आपको बताना चाहेंगे, डल्लेवाल का जो ग्रुप है, जो भारतीय किसान यूनियन एकता सिद्धूपुर है, ये संयुक्त किसान मोर्चे का ही एक भाग है। अब हम जो है उनके जो जसविंदर सिंह विर्क ब्लॉक प्रधान, जो यहाँ पर धरना देने की बात कह रहे थे, जिन्होंने आप वीडियो भी देखेंगे, इंट्रोडक्शन भी उन्होंने दी है, उन्होंने एक अपना कार्ड भी दिया, लेकिन कार्ड की फोटो काफी दूर से खींची होने के कारण स्पष्ट शब्द नहीं नजर आ रहे हैं, लेकिन फोटो उन्हीं की है और साथ में डल्लेवाल की फोटो भी नजर आ रही है। और आइडेंटिटी कार्ड जो है वो भारतीय किसान यूनियन एकता सिद्धूपुर का है, ये बात भी कंफर्म है। और उस पर निगाह जो है वो ब्लॉक प्रधान, बहुत बारीकी से देखने पे पता लग रहा है कि वो ब्लॉक प्रधान है। कहाँ के हैं ये चीज जो है स्पष्ट नहीं नजर आ रही है। अब हम लोग उनसे बात करते हैं कि भाई, जब डल्लेवाल संयुक्त किसान मोर्चे के साथ में सहमत है और संयुक्त किसान मोर्चे ने ही राकेश टिकैत को आगे बढ़ाया है, तो आप लोग राकेश टिकैत के ऊपर उंगली क्यों उठा रहे हैं? तो दोस्तों, उनके जो उत्तर थे वो उत्तर संतोषजनक नहीं थे। उसकी भी आप लोग, ये एक वीडियो क्लिप है, ये सुनिए जो हमारी उनसे बात हुई और वो हमको बता रहे हैं, जरा इसको सुनिए फिर बात करते हैं। तो दोस्तों, आपने उसको सुना, उनके बताने के अनुसार जो है वो डल्लेवाल के अंडर में कार्य तो जरूर करते हैं, लेकिन वो अपनी मनमर्जी से चलते हैं। और शहीद जो किसान थे, उनके परिवारों ने उनको दुख बताया और उनके शहीद परिवारों के साथ जो बेइंसाफी हुई उस बात को भी उन्होंने बताया। हालांकि बात के अंदर वो परिवार उनके साथ खड़े नहीं हुए, लेकिन उनको उन्होंने बताया, और जिसके लिए वो व्यक्ति जो है आंदोलन छेड़ने की बात कर रहे हैं और कह रहे हैं कि 2 दिन बाद हम लोग काफी संख्या में आएंगे और आंदोलन करेंगे। और दोस्तों, यहाँ बताना चाहेंगे हम 23 तारीख को लखीमपुर में चुनाव भी है। फिर क्या होता है, जब हम ज्यादा सवाल जवाब करने लगते हैं तो वो व्यक्ति अपने उस नंबर से नहीं बात करता है, किसी दूसरे नंबर से हमारे पास कॉल आती है। वो नंबर भी हम आपको स्क्रीन पे दिखा देंगे, 74 से वो नंबर है। और वो व्यक्ति जो है अपने आप को मोगा का बताता है और कहता है कि मैं किसी संगठन का नहीं हूँ, और जो है संगठन के जो है वो जसविंदर सिंह विर्क है, और जहाँ पे गलत होता है हम लोग वहाँ पे मदद के लिए चले जाते हैं। मतलब कि एक उनकी बातों से ऐसा लग रहा है जैसे वो एक संदिग्ध आदमी है। और दोस्तों, क्योंकि वो माहौल को खराब कर सकते हैं, इस कारण से हम लोग सचेत हुए। हम लोगों ने जाकर भारतीय किसान यूनियन राकेश टिकैत, भारतीय किसान यूनियन टिकैत, राकेश टिकैत नहीं, भारतीय किसान यूनियन टिकैत के जो जिला अधिकारी हैं सरदार दिलबाग सिंह विर्क और उनके युवा जो जिला अध्यक्ष हैं, उनसे हम लोगों ने बात की। और एक उनके उपाध्यक्ष थे गोला के, उनका नाम अभी ध्यान नहीं है, उन्होंने अपना कार्ड तो मेरे को दिया था लेकिन उनका नाम ध्यान नहीं है, वो भी वहां पे थे। उन तीनों से हमने बात की
तो बात ये समझ में आती है कि ऊपर हाईकमांड तक ये बात पहुंचा दी गई है, राकेश टिकैत जी के नोटिस में है, ऊपर पार्टी जो है संगठन है किसान यूनियन का, उनके पास ये बात पहुंच गई है, संयुक्त किसान मोर्चे के पास ये बात पहुंच गई है। ये व्यक्ति जो है संदिग्ध है और उनके अनुसार दिलबाग सिंह ये बता रहे हैं कि जितने किसान जो है मृतक हुए हैं या जो किसान जेल में बंद है, उन सबके परिवार उनसे पूर्णतः सहमत है और ये कुछ फ्रॉड टाइप के व्यक्ति हैं। तो दोस्तों ज्यादा बात को लंबी नहीं करेंगे, हम लोग यहाँ पर ये बात आपको स्पष्ट बता देना चाहते हैं कि इन बयानों के बाद में और उन व्यक्तियों का बार बार बयान बदलना और उत्तेजित बयानों को बार बार रिपीट करना व्यक्ति को संदेह में लेकर आ रहा है। और जिस पार्टी की वो हामी भर रहे थे, भारतीय किसान यूनियन एकता सिद्धूपुर, जिसके डल्लेवाल प्रधान हैं, उनसे भी वो अब अपना नाता तोड़ते हुए नजर आ रहे हैं। तो दोस्तों ये जो डाउट है, ये समझ लीजिए चुनाव के समय पे अब पता नहीं माहौल खराब करने की नीयत से क्या उनकी नीयत है। हालांकि वो बातें तो पहले भी बहुत बड़ी बड़ी करके गए थे, अब दोबारा उन बातों पे पूर्ण आएंगे कि नहीं आएंगे ये तो आने वाला समय बताएगा। लेकिन हम लोग जो है विनती करते हैं सभी किसानों से, किसान नेताओं से, किसानी संगठनों से, संयुक्त किसान मोर्चे से व प्रशासन से, उन व्यक्तियों की फोटोएं हम लोग जो है वायरल कर रहे हैं और हो भी चुकी हैं। और इसके अलावा उनके साथ 2 छोटे छोटे बच्चे हैं, एक उनके साथ आजमगढ़ का कोई व्यक्ति है जो शुद्ध हिंदी बोल रहा है, पूर्वांचल की भाषा बोल रहा है, उसकी पता नहीं अभी फोटो है कि नहीं है, या फोटो है तो वो बोलते हुए में है कि नहीं है, क्योंकि उस दिन काफी वहां पे भीड़ थी जिस दिन राकेश टिकैत का प्रेस कॉन्फ्रेंस हुई थी। तो ये हम लोग आप लोगों के सामने ये रिप्रेजेंट कर रहे हैं, आप लोग इसको देखिएगा और इन व्यक्तियों से थोड़ा सा सावधान रहिएगा, क्योंकि जब तक हमारी लोकल बॉडी, चाहे वो चुडूनी ग्रुप की हो, चाहे वो टिकैत ग्रुप की हो, चाहे वो वीवीएम सिंह ग्रुप की हो, जब तक लोकल बॉडी के व्यक्ति साथ में नहीं होंगे, किसी भी व्यक्ति को उनके साथ में जुड़ने की जरूरत नहीं है, अगर वो आते हैं तो। नहीं तो मेरे को लग रहा है जिस हिसाब से उनकी चोरी पकड़ी गई है शायद वो आएंगे नहीं, और बाकी अगर वो नहीं कुछ अपडेट करेंगे तो हम आपके सामने लेकर आएंगे। लेकिन अभी हमारी विनती है किसानों से, किसान नेताओं से और प्रशासन से थोड़ा सचेत रहने की जरूरत है। ये व्यक्ति कौन है, ये क्यों माहौल खराब करना चाहते हैं। ये उस दिन कह रहे थे हम गेट पे धरना देंगे, आशीष मिश्रा को बाहर नहीं निकलने देंगे, जमानत खारिज करवाएंगे, लेकिन फिर ये भाग के दिल्ली चले गए, फिर ये दिल्ली से बोलने लगे। तो दोस्तों उनकी फोटोएं, उनकी वीडियो, उनकी ऑडियो सब आपके सामने है। बाकी आप कमेंट करिएगा और पंजाब में भी हम इन वीडियो को वायरल करेंगे पंजाबी में, और अगर कोई व्यक्ति इनको पर्सनली पंजाब का जानता होगा तो प्रार्थना है, इनके कारण से यहाँ संदेह पैदा हो गया है, तो अपने जो है कमेंट जरूर करिए और बताइए कि ये वाकई में सही है या कोई गलत आंसर तो नहीं है। तो दोस्तों यहीं अपनी बात को समाप्त करते हैं। जय हिंद दोस्तों।